ਸ਼ਲੋਕ ਮਹੱਲਾ ਪੰਜਵਾਂ। ਰਾਤ ਨਾ ਵਿਹਾਵੀ ਸਾਕਤਾਂ, ਜਿਨਾ ਵਿਸਰੈ ਨਾਮ। ਰਾਤੀ ਦਿਨਸ ਸੁਹੇਲੀਆਂ, ਨਾਨਕ ਹਰ ਗੁਣ ਗਾਉ। ਰਾਤ ਨਾ ਵਿਹਾਵੀ ਸਾਕਤਾਂ, ਜਿਨਾ ਵਿਸਰੈ ਨਾਮ। ਰਾਤੀ ਦਿਨਸ ਸੁਹੇਲੀਆਂ, ਨਾਨਕ ਹਰ ਗੁਣ ਗਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਜਿਸ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਆਪ ਜੀਆਂ ਨੇ ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ, ਉਹਨਾਂ ਦੇ ਰਾਗੀ ਜਥੇ ਪਾਸੋਂ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਵਾਰ ਰਾਗ ਮਲਾਰ ਵਿੱਚ ਹੈ। ਅੱਜ ਦਾ ਜੋ ਪਾਵਨ ਪਵਿੱਤਰ ਸ਼ਲੋਕ ਹੈ, ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ। ਪੌੜੀਆਂ ਇਸ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਹਨ ਵਾਰ ਵਿੱਚ, ਤੇ ਸ਼ਲੋਕ ਜਿਹੜੇ ਹਨ ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਆਏ ਹਨ। ਤੇ ਅੱਜ ਦਾ ਸ਼ਲੋਕ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ। ਗਰੀਬ ਨਵਾਜ ਪਾਤਸ਼ਾਹ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਤਿਗੁਰੂ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਮਨ ਦਾ ਟਿਕਾਓ ਤੇ ਇਕਾਗਰਤਾ ਦੀ ਦਾਤ ਸਾਨੂੰ ਸਤਿਗੁਰੂ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ ਮੇਰੇ ਸਾਹਿਬ ਸਾਖਤ ਮਨੁੱਖ ਦਾ ਜ਼ਿਕਰ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਰੱਬ ਤੋਂ ਟੁੱਟਿਆ ਹੋਇਆ ਜਿਹੜਾ ਜੀਵ ਹੈ, ਉਸ ਜੀਵ ਦੀ ਰਾਤ ਬੜੀ ਔਖੀ ਲੰਘਦੀ ਹੈ। ਰਾਤ ਤੋਂ ਭਾਵ ਹੈ ਜ਼ਿੰਦਗੀ ਰੂਪ ਰਾਤ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਇਸ ਸ਼ਲੋਕ ਦੀਆਂ ਕੇਵਲ 2 ਪੰਕਤੀਆਂ ਨੇ। ਇੱਕ ਪੰਕਤੀ ਵਿੱਚ ਰੱਬ ਤੋਂ ਟੁੱਟਿਆਂ ਹੋਇਆਂ ਦਾ ਜ਼ਿਕਰ ਕੀਤਾ ਹੈ, ਦੂਸਰੀ ਪੰਕਤੀ ਵਿੱਚ ਸਾਹਿਬ ਜੀ ਕਹਿੰਦੇ ਉਹਨਾਂ ਦਾ ਦਿਨ ਰਾਤ ਬੜਾ ਸੌਖਾ ਲੰਘਦਾ ਹੈ, ਭਾਵ ਉਹਨਾਂ ਦੀ ਜ਼ਿੰਦਗੀ ਦੀ ਰਾਤ ਬੜੀ ਸੌਖੀ ਲੰਘਦੀ ਹੈ, ਜਿਹੜੇ ਹਰੀ ਪਰਮਾਤਮਾ ਦਾ ਗੁਣ ਗਾਉਂਦੇ ਨੇ, ਜਿਹੜੇ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਰੱਬ ਤੋਂ ਟੁੱਟਿਆਂ ਹੋਇਆਂ ਦਾ ਜ਼ਿਕਰ ਕੀਤਾ ਹੈ। ਤੇ ਰੱਬ ਤੋਂ ਟੁੱਟਿਆਂ ਹੋਇਆਂ ਦਾ ਜਿੱਥੇ ਜ਼ਿਕਰ ਕੀਤਾ ਹੈ, ਉੱਥੇ ਬਹੁਤ ਸੁਚੇਤਤਾ ਵੀ
ਨਾਲ ਨਾਲ ਇਹ ਵੀ ਸੁਚੇਤ ਕੀਤਾ ਹੈ ਕਿ ਇਹਨਾਂ ਤੋਂ ਬਚ ਕੇ ਰਹਿਣਾ ਹੈ। ਜੇ ਕੋਈ ਸਾਨੂੰ ਇਹ ਪੁੱਛ ਲਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਪੰਨਿਆਂ ਨੂੰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਅੰਗ ਹਨ, ਪੰਨੇ ਹਨ, ਤੇ ਕੋਈ ਇਹ ਪੁੱਛੇ ਕਿ ਭਾਈ ਸਾਹਿਬ ਜੀ, ਜੇ ਬੜੇ ਥੋੜ੍ਹੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਕਹਿਣਾ ਚਾਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕੀ ਕਹਿ ਰਹੀ ਹੈ, ਤੇ ਵਿਦਵਾਨਾਂ ਦੇ ਜੋ ਵਿਚਾਰ ਨੇ, ਵਿਦਵਾਨਾਂ ਦੇ ਜੋ ਖਿਆਲ ਨੇ, ਵਿਦਵਾਨ ਕਹਿੰਦੇ ਨੇ ਕਿ ਜੇ ਬਹੁਤ ਥੋੜ੍ਹੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੱਕ ਕਿਵੇਂ ਪਹੁੰਚਣਾ ਹੈ, ਇਹ ਰਸਤਾ ਦੱਸਿਆ ਹੈ, ਤੇ ਜਿਹੜੇ ਪਹੁੰਚੇ ਨੇ ਪ੍ਰਭੂ ਪਰਮਾਤਮਾ ਤੱਕ ਉਹਨਾਂ ਦਾ ਜ਼ਿਕਰ ਹੈ। ਤੇ ਚੌਥਾ ਉਹ ਵਚਨ ਕਰਦੇ ਨੇ ਕਿ ਜਿਹੜੇ ਜੀਵ ਆਏ ਨੇ ਸੰਸਾਰ ਦੇ ਉੱਤੇ ਤੇ ਆ ਕੇ ਉਸ ਪਰਿਪੂਰਨ ਪਰਮਾਤਮਾ ਨੂੰ ਭੁੱਲ ਗਏ, ਟੁੱਟ ਗਏ ਪਰਮਾਤਮਾ ਤੋਂ, ਸਾਰੀ ਜ਼ਿੰਦਗੀ ਆਪਣੀ ਵਿਅਰਥ ਹੀ ਗਵਾ ਕੇ ਚਲੇ ਗਏ, ਉਹਨਾਂ ਦਾ ਜ਼ਿਕਰ ਹੈ। ਇਹਦਾ ਮਤਲਬ ਇਹ ਨਹੀਂ ਕਿ ਕੇਵਲ ਇਹ 4 ਹੀ ਪ੍ਰਕਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਹਨ। ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹਰ ਸਵਾਲ ਦਾ ਵੀ ਜਵਾਬ ਹੈ, ਪਰ ਸਿਰਫ ਸੌਖਾ ਸਮਝਣ ਵਾਸਤੇ ਹੈ ਕਿ ਜੇ ਕੋਈ ਇਹ ਕਹਿੰਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹ 4 ਮੁੱਖ ਭਾਵ ਸੌਖੇ ਅਸੀਂ ਸਮਝ ਸਕਦੇ ਹਾਂ। ਪ੍ਰਭੂ ਦੀ ਵਡਿਆਈ, ਸਿਫਤ ਪਰਮਾਤਮਾ ਦੀ, ਉਹਦੇ ਤੱਕ ਪਹੁੰਚਣ ਦਾ ਰਸਤਾ ਕੀ ਹੈ, ਜਿਹੜੇ ਪਹੁੰਚੇ ਨੇ ਉਹਨਾਂ ਦੀ ਵਡਿਆਈ, ਉਹਨਾਂ ਦੀ ਸਿਫਤ ਹੈ, ਤੇ ਜਿਹੜੇ ਟੁੱਟ ਗਏ ਪਰਮਾਤਮਾ ਤੋਂ ਟੁੱਟੇ ਉਹਨਾਂ ਦਾ ਵੀ ਜ਼ਿਕਰ ਹੈ। ਤੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸੰਗਤ ਕਰਨ ਦੀ ਬੜੀ ਪ੍ਰੇਰਨਾ ਕੀਤੀ ਹੈ ਵੀ ਸੰਗਤ ਕਰਨੀ ਚਾਹੀਦੀ ਹੈ, ਜੀਵਨ ਬਦਲ ਜਾਂਦਾ ਸੰਗਤ ਕਰਨ ਨਾਲ। ਉਹਦੇ ਨਾਲ ਨਾਲ ਭਗਤ ਕਬੀਰ ਸਾਹਿਬ ਜੀ ਇੱਕ ਸ਼ਬਦ ਜ਼ਰੂਰ ਇਹ ਕਹਿੰਦੇ ਨੇ, ਕਹਿੰਦੇ ਸੁਚੇਤ ਰਿਓ ਜੇ ਵੀ ਸੰਗਤ ਕਰਨ ਲੱਗਿਆਂ ਕਿਤੇ ਰੱਬ ਤੋਂ ਟੁੱਟਿਆਂ ਹੋਇਆਂ ਦੀ, ਉਹ ਵੀ ਤਾਂ ਸੰਗਤ ਹੀ ਹੈ ਨਾ। ਜੇ ਇੱਕ ਬੰਦਾ ਰੱਬ ਤੋਂ ਟੁੱਟਿਆਂ ਹੋਇਆਂ ਦੇ ਨਾਲ ਮੇਲ ਮਿਲਾਪ ਕਰਦਾ, ਉਹ ਸੰਗਤ ਕੁਰਾਹੇ ਪਾ ਦਿੰਦੀ ਹੈ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਕਬੀਰ ਸਾਖਤ ਸੰਗ ਨਾ ਕੀਜੀਐ, ਕਹਿੰਦੇ ਵੀ ਰੱਬ ਤੋਂ ਟੁੱਟੇ ਹੋਏ ਦਾ ਸੰਗ ਨਾ ਕਰਿਓ ਜੇ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਜਾਈਏ ਭਾਗ। ਦੂਰ ਹੈ ਭਾਗ ਦਾ ਮਤਲਬ ਹੈ ਵੀ ਜੇ ਵੇਖ ਲਓ ਕਿ ਕੋਈ ਬੰਦਾ ਵਿਕਾਰੀ ਹੈ, ਨਸ਼ਈ ਹੈ, ਬੁਰਾਈਆਂ ਵਿੱਚ ਲੱਗਾ ਹੋਇਆ ਹੈ, ਬੁਰੇ ਪਾਸੇ ਪਿਆ ਹੋਇਆ ਹੈ, ਤੇ ਭਗਤ ਕਬੀਰ ਸਾਹਿਬ ਕਹਿੰਦੇ ਪਾਸਾ ਵੱਟ ਜਾਓ, ਪਾਸਾ ਕਰ ਜਾਓ ਉਹਦੇ ਤੋਂ। ਇਸ ਕਰਕੇ ਕਰ ਜਾਓ ਕਿਉਂਕਿ ਭਗਤ ਕਬੀਰ ਸਾਹਿਬ ਜੀ ਇੱਕ ਪ੍ਰਮਾਣ, ਇੱਕ ਉਦਾਹਰਨ ਦਿੰਦੇ ਨੇ ਕਿ ਕਿਉਂ ਪਾਸਾ ਕਰਨਾ ਹੈ। ਭਗਤ ਜੀ ਕਹਿੰਦੇ ਕਬੀਰ ਸਾਖਤ ਸੰਗ ਨ ਕੀਜੀਐ, ਦੂਰਹਿ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਿਛ ਲਾਗੈ। ਦਾਗ ਕਹਿਣ ਲੱਗੇ ਕਾਲਾ ਭਾਂਡਾ ਜਿਹੜਾ, ਜੇ ਤੁਸੀਂ ਉਹਦੇ ਨੇੜੇ ਜਾਓਗੇ ਤੇ ਉਸ ਨੂੰ ਤੁਸੀਂ ਹੱਥ ਵੀ ਨਹੀਂ ਲਾਉਂਦੇ, ਕਾਲੇ ਭਾਂਡੇ ਬਰਤਨ ਨੂੰ ਹੱਥ ਤੁਸੀਂ ਨਹੀਂ ਵੀ ਲਾਉਂਦੇ, ਉਹਦੇ ਲਾਗੋਂ ਦੀ ਲੰਘਦਿਆਂ ਹੋਇਆਂ ਤੁਹਾਡਾ ਪੱਲਾ ਲੱਗ ਜਾਏਗਾ ਤੇ ਉਹ ਵੀ ਕਾਲਾ ਹੋ ਜਾਏਗਾ। ਥੋੜ੍ਹੀ ਬਹੁਤ ਕਾਲਖ ਤੁਹਾਨੂੰ ਜ਼ਰੂਰ ਉਹਦੀ ਜਿਹੜੀ ਹੈ ਉਹ ਕਾਲੇ ਭਾਂਡੇ ਦੀ ਲੱਗ ਜਾਏਗੀ ਜੇ ਤੁਸੀਂ ਉਹਦੇ ਨੇੜਿਓਂ ਦੀ ਵੀ ਲੰਘਦੇ ਜੇ। ਭਾਵ ਇੱਥੇ ਇਹ ਹੈ ਕਿ ਸਾਖਤ ਰੱਬ ਤੋਂ ਟੁੱਟਿਆ ਹੋਇਆਂ ਦੀ ਜੇ ਤੁਸੀਂ ਥੋੜ੍ਹਾ ਬਹੁਤ ਵੀ ਸੰਗਤ ਕਰਦੇ ਹੋ ਤਾਂ ਉਹਦਾ ਪ੍ਰਭਾਵ ਤੁਹਾਡੇ 'ਤੇ ਥੋੜ੍ਹਾ ਬਹੁਤ ਜ਼ਰੂਰ ਮਨ ਦੇ ਉੱਤੇ ਪੈ ਜਾਏਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਖਤ ਮਨੁੱਖ ਨੂੰ ਇੰਨਾ ਕੁ ਘਟੀਆ ਕਿਹਾ ਹੈ। ਕਹਿੰਦੇ ਨੇ ਕਿ ਦੇਖੋ ਸ਼ਹਿਰਾਂ ਵਿੱਚ ਆਮ ਤੌਰ 'ਤੇ ਦੇਖਿਆ ਜਾਏ ਤੇ ਆਪਾਂ ਦੇਖਦੇ ਹਾਂ ਕਿ ਗੰਦਗੀ ਵਾਲੀ ਜਗ੍ਹਾ ਦੇ ਉੱਤੇ ਸੂਰ ਹੁੰਦੇ ਨੇ। ਗੰਦਗੀ ਵਾਲੀ ਜਗ੍ਹਾ 'ਤੇ ਸਾਰਾ ਦਿਨ ਉਹ ਨਾਲੀਆਂ ਦੇ ਵਿੱਚ ਮੂੰਹ ਮਾਰਦੇ ਰਹਿੰਦੇ ਨੇ, ਸਾਰਾ ਦਿਨ ਗੰਦ ਫਰੋਲਦੇ ਰਹਿੰਦੇ ਨੇ। ਤੇ ਬੜਾ ਹੈਰਾਨ ਮੈਂ ਹੋਇਆ ਜਦੋਂ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਪੜ੍ਹਿਆ ਕਿ ਭਗਤ ਜੇ ਤੁਸੀਂ ਇੱਕ ਬੰਨੇ ਸਾਖਤ ਮਨੁੱਖ ਨੂੰ ਸਾਹਮਣੇ ਰੱਖ ਲਿਆ, ਦੂਜੇ ਬੰਨੇ ਤੁਸੀਂ ਗੰਦਗੀ ਦੇ ਢੇਰ ਨੂੰ, ਨਾਲੀਆਂ ਨੂੰ ਫਰੋਲਣ ਵਾਲਾ, ਸਾਰਾ ਦਿਨ ਗੰਦ ਖਾਣ ਵਾਲਾ ਜਿਹੜਾ ਸੂਰ ਹੈ, ਤੁਸੀਂ ਇੱਕ ਬੰਨੇ ਉਹਨੂੰ ਲੈ ਲਿਆ। ਹੁਣ ਭਗਤ ਕਬੀਰ ਸਾਹਿਬ ਨੇ ਬਿਲਕੁਲ ਬਰਾਬਰ ਹੀ ਨਹੀਂ ਕਿਹਾ, ਸਗੋਂ ਸੂਰ ਤੋਂ ਵੀ ਘਟੀਆ ਕਹਿ ਦਿੱਤਾ ਹੈ। ਭਗਤ ਕਬੀਰ ਸਾਹਿਬ ਦਾ ਬਚਨ ਹੈ ਕਬੀਰ ਸਾਖਤ ਤੇ ਸ਼ੂਕਰ ਭਲਾ। ਇਹ ਭਲੇ ਦਾ ਮਤਲਬ ਉਹਨੂੰ ਚੰਗਾ ਕਹਿ ਦਿੱਤਾ। ਕਬੀਰ ਸਾਖਤ ਤੇ ਸ਼ੂਕਰ ਭਲਾ ਰਾਖੈ ਆਸ਼ਾ ਗਾਉ। ਕਹਿਣ ਲੱਗੇ ਵੀ ਜੇ ਉਹ ਗੰਦਗੀ ਖਾਂਦਾ ਹੈ ਤੇ ਨਾਲੀਆਂ ਦੇ ਵਿੱਚੋਂ ਗੰਦ ਖਾਂਦਾ ਹੈ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਾ ਮਤਲਬ ਨਾਲੀਆਂ ਸਾਫ਼ ਤਾਂ ਰੱਖਦਾ ਹੀ ਹੈ ਨਾ ਕੁਝ ਤਾਂ ਚੰਗਾ ਕਰਦਾ ਹੀ ਹੈ ਨਾ। ਕਹਿੰਦੇ ਉਹ ਸਾਖਤ ਪਪੜਾ ਮਰ ਗਿਆ ਕੋਈ ਨਾ ਲੈ ਹੈ ਨਾਉ।
ਕਹਿਣ ਲੱਗੇ ਸਾਖਤ ਬੰਦਾ ਟੁੱਟਿਆ ਰੱਬ ਤੋਂ ਮਰ ਜਾਏਗਾ, ਲੋਕੀ ਨਾਂ ਨਹੀਂ ਲੈਣਗੇ। ਸੂਰ ਦਾ ਹੋ ਸਕਦਾ ਕਿਤੇ ਬੈਠਿਆਂ ਬਿਠਾਇਆਂ ਬੰਦੇ ਚਾਰ ਬੈਠੇ ਹੋਣ ਤੇ ਕਿਤੇ ਕਿਤੇ ਗੱਲ ਕਹਿ ਹੀ ਦੇਣ ਬਈ ਇੱਥੇ ਆਪਣੀ ਗਲੀ 'ਚ ਇੱਕ ਸੂਰ ਹੁੰਦਾ ਸੀ, ਉਹ ਗਲੀ ਨਾਲੀ ਬੜੀ ਸਾਫ਼ ਰੱਖਦਾ ਸੀ। ਕਹਿੰਦੇ ਸੂਰ ਦੀ ਤਾਂ ਗੱਲ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਹੋ ਜਾਵੇ, ਕਿਤੇ ਨਾ ਕਿਤੇ ਉਹਦਾ ਕੋਈ ਨਾਂ ਲੈ ਦੇਵੇ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰੱਬ ਤੋਂ ਟੁੱਟੇ ਹੋਏ ਸਾਕਤ ਦਾ ਤੇ ਕੋਈ ਨਾਮ ਹੀ ਲੈਣ ਨੂੰ ਤਿਆਰ ਨਹੀਂ ਹੋਏਗਾ। ਭਗਤ ਕਬੀਰ ਸਾਹਿਬ ਜੀ ਸਾਕਤ ਦਾ ਹੋਰ ਵੀ ਜ਼ਿਕਰ ਕਰਦੇ ਨੇ। ਕਬੀਰ ਸਾਕਤ ਐਸਾ ਹੈ, ਕੈਸਾ ਹੈ ਜੀ, ਉਹਦੀ ਨਿਸ਼ਾਨੀ ਕੀ ਹੈ? ਤੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ। ਖਾਨ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਕੋਠੀ ਸਟੋਰ। ਇੱਥੇ ਖਾਨ ਦਾ ਅਰਥ ਖਾਣਾ ਨਹੀਂ, ਭਾਵ ਕਿ ਸਟੋਰ ਜਿੱਥੇ ਜਮ੍ਹਾਂ ਕੀਤਾ ਹੋਇਆ ਹੈ ਲਸਣ ਨੂੰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿਸ ਤਰ੍ਹਾਂ ਦਾ ਹੈ ਸਾਕਤ ਮਨੁੱਖ? ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ। ਅੱਗੇ ਜ਼ਿਕਰ ਜਿਹੜਾ ਖਾਨ ਦਾ ਆ ਗਿਆ, ਪਹਿਲੇ ਖਾਨ ਦਾ ਮਤਲਬ ਹੈ ਸਟੋਰ, ਕੋਠੀ ਜਿੱਥੇ ਜਮ੍ਹਾਂ ਕੀਤਾ ਹੋਇਆ। ਦੂਸਰੇ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜੇ ਕੋਈ ਮਨੁੱਖ ਲਸਣ ਖਾਂਦਾ ਹੈ ਤੇ ਛੁਪਿਆ ਨਹੀਂ ਰਹਿ ਸਕਦਾ। ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ। ਪ੍ਰਗਟ ਹੋਏ ਨਿਧਾਨ, ਕਹਿਣਗੇ ਪਤਾ ਚੱਲ ਜਾਂਦਾ ਹੈ ਬੰਦੇ ਦੇ ਕੋਲੋਂ ਸਮੈਲ ਆਉਂਦੀ ਹੈ, ਬਦਬੂ ਆਉਂਦੀ ਹੈ, ਤੇ ਉਹਦੇ ਤੋਂ ਪਤਾ ਚੱਲ ਜਾਂਦਾ ਨੇ ਲਸਣ ਦੀਆਂ ਡਲੀਆਂ ਖਾਧੀਆਂ, ਲਸਣ ਖਾਧਾ। ਇਹਦਾ ਮਤਲਬ ਇਹ ਹੋਇਆ ਭਗਤ ਕਬੀਰ ਸਾਹਿਬ ਕਹਿੰਦੇ ਸਾਕਤ ਮਨੁੱਖ ਦਾ ਵੀ ਇਸੇ ਤਰ੍ਹਾਂ ਉਹਦੀਆਂ ਵਿਚਾਰਾਂ ਤੋਂ ਤੁਸੀਂ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਐਸਾ ਤੱਕਿਆ ਹੋਏਗਾ ਤੇ ਦੇਖਿਆ ਹੋਏਗਾ ਕਿ ਤੁਹਾਨੂੰ ਇਹੋ ਜਿਹੇ ਬੰਦੇ ਮਿਲੇ ਹੋਣਗੇ ਜ਼ਿੰਦਗੀ ਦੇ ਵਿੱਚ, ਮਿਲ ਹੀ ਪੈਂਦੇ ਨੇ ਕਿਤੇ ਨਾ ਕਿਤੇ, ਜਿਨ੍ਹਾਂ ਦੇ ਕੋਲ ਬੈਠੋਗੇ ਤੇ ਬੈਠਦਿਆਂ ਸਾਰ ਗੰਦਗੀ ਦੀਆਂ ਗੱਲਾਂ, ਗੰਦਗੀ ਦੀਆਂ ਗੱਲਾਂ, ਗੰਦ ਹੀ ਗੰਦ, ਉਹਨਾਂ ਕੋਲੇ ਹੋਰ ਕੁਝ ਵੀ ਨਹੀਂ। ਤੇ ਮੈਨੂੰ ਖਿਮਾ ਕਰਿਓ ਜੇ, ਜ਼ਰੂਰੀ ਨਹੀਂ ਕਿ ਉਹ ਬੰਦਾ ਨਸ਼ਈ ਹੋਵੇ, ਉਹ ਬੰਦਾ ਅਮਲੀ ਹੋਵੇ, ਉਹ ਬੰਦਾ ਜਿਹੜਾ ਹੈ ਉਹ ਬੇਅਮਰਤੀਆ ਹੋਵੇ, ਜ਼ਰੂਰੀ ਨਹੀਂ। ਮੈਨੂੰ ਖਿਮਾ ਜ਼ਰੂਰ ਕਰ ਦੇਣਾ ਕਿਉਂਕਿ ਅੱਜ ਬਚਨ ਹੀ ਇਹ ਆ ਗਿਆ। ਮੈਂ ਇਹੋ ਜਿਹੇ ਲੋਕ ਵੀ ਦੇਖੇ ਨੇ, ਸਿੱਖੀ ਸਰੂਪ, ਬਾਣਾ, ਸਾਰਾ ਕੁਝ ਬਾਹਰ ਤੁਹਾਨੂੰ ਐਂ ਲੱਗੇਗਾ ਬੱਲੇ ਬੱਲੇ ਵੀ ਇਹਦੇ ਵਰਗਾ ਤੇ ਜਿਵੇਂ ਕੋਈ ਗੁਰਸਿੱਖ ਹੀ ਨਹੀਂ ਹੈਗਾ। ਪਰ ਉਹਨਾਂ ਦੇ ਨੇੜੇ ਉਹਨਾਂ ਦੀਆਂ ਗੱਲਾਂ ਇੰਨੀਆਂ ਘਟੀਆ ਗੱਲਾਂ ਕਿ ਆਮ ਬੰਦਾ ਵੀ ਨਹੀਂ ਕਰ ਸਕਦਾ ਜਿਹੋ ਜਿਹੀਆਂ ਉਹ ਕਈ ਵਾਰ ਕਰਦੇ ਨੇ। ਖਿਮਾ ਜ਼ਰੂਰ ਕਰ ਦੇਣਾ ਕਿਉਂਕਿ ਸਾਕਤ ਦੀ ਗੱਲ ਚੱਲੀ, ਤੇ ਸਾਕਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਇਹੋ ਜਿਹਾ ਬੰਦਾ ਆਪਾਂ ਵੇਖੀਏ ਵੀ ਜਿਹੜਾ ਮੋਨਾ ਕੋ ਨਾ ਹੋਵੇ, ਦਿਨ ਰਾਤ ਸ਼ਰਾਬੀ ਹੋਵੇ ਤੇ ਆਪਾਂ ਕਹਿ ਦੇਵਾਂਗੇ ਇਹ ਸਾਕਤ ਹੈ। ਨਹੀਂ, ਕੋਈ ਵੀ ਇਨਸਾਨ ਹੋ ਜਿਹਦੇ ਅੰਦਰੋਂ ਗੰਦ ਨਿਕਲਦਾ ਹੈ, ਜਿਹਦੇ ਅੰਦਰੋਂ ਕੋਈ ਭਲੀ ਗੱਲ ਨਹੀਂ ਨਿਕਲਦੀ, ਜਿੱਥੇ ਵੀ ਬੈਠਣਾ ਹੈ ਉੱਥੇ ਗੰਦ ਹੀ ਬੋਲਣਾ, ਗੰਦ ਹੀ ਸੁਣਨਾ, ਗੰਦ ਹੀ ਦੇਖਣਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਬਚਾਅ ਕਰੋ ਉਹਦੇ ਤੋਂ, ਜਿੰਨਾ ਬਚਾਅ ਹੋ ਸਕੇ ਕਰਨਾ ਚਾਹੀਦਾ ਹੈ। ਉਹਦੇ ਬਦਲੇ ਤੁਹਾਨੂੰ ਕਿੰਨੀਆਂ ਗੱਲਾਂ ਵੀ ਕਿਉਂ ਨਾ ਸੁਣਨੀਆਂ ਪੈ ਜਾਣ, ਉਹ ਸੁਣਨ ਵਾਸਤੇ ਤੁਸੀਂ ਤਿਆਰ ਰਹਿਣਾ ਚਾਹੀਦਾ ਹੈ। ਪਰ ਉਹਨਾਂ ਦੇ ਕੋਲੇ ਬੈਠਣ ਵਾਸਤੇ ਕਦੇ ਨਹੀਂ ਤਿਆਰ ਹੋਣਾ ਚਾਹੀਦਾ ਜਿਨ੍ਹਾਂ ਦੇ ਕੋਲੇ ਬੈਠਿਆਂ ਇਹੋ ਜਿਹੀਆਂ ਘਟੀਆਂ ਗੱਲਾਂ ਹੋਣ ਜਿਹਦਾ ਸਾਡੇ ਮਨ ਉੱਤੇ ਗਲਤ ਪ੍ਰਭਾਵ ਤੇ ਗਲਤ ਅਸਰ, ਕਿਉਂਕਿ ਮਨ ਪ੍ਰਭਾਵ ਨੂੰ ਕਬੂਲਦਾ ਹੈ। ਤੁਸੀਂ ਕਿਸੇ ਚੰਗੇ ਬੰਦੇ ਕੋਲੇ 4 ਦਿਨ ਬਹਿ ਜਾਓਗੇ, ਚੰਗੀਆਂ ਗੱਲਾਂ ਸੁਣੋਗੇ, ਤੁਹਾਡਾ ਮਨ ਉੱਦਾਂ ਦਾ ਹੋ ਜਾਏਗਾ, ਉੱਦਾਂ ਦੀਆਂ ਗੱਲਾਂ, ਉੱਦਾਂ ਦਾ ਤੁਹਾਡਾ ਮਨ ਚੰਗੇ ਕੰਮ ਕਰਨ ਨੂੰ ਕਰੇਗਾ। ਭਗਤ ਕਬੀਰ ਸਾਹਿਬ ਦਾ ਇੱਕ ਹੋਰ ਵੀ ਸ਼ਬਦ ਮੈਂ ਪ੍ਰਮਾਣ ਦੇ ਦਿਆਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਸੰਤ ਮਿਲੈ ਕੇ ਸੁਣੀਏ ਕਹੀਏ। ਸੰਤ ਮਿਲੇ ਦਾ ਮਤਲਬ ਹੈ ਭਲਾ ਪੁਰਸ਼ ਕੋਈ ਵੀ ਤੁਹਾਨੂੰ ਮਿਲੇ, ਉਹਦੇ ਕੋਲੇ ਬੈਠ ਕੇ ਚੰਗੀ ਗੱਲਬਾਤ ਸੁਣਨ ਨੂੰ ਤੁਹਾਨੂੰ ਮਿਲੂਗੀ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਮਿਲਿਆ ਕਿ ਸੁਣੀਏ ਕਹੀਏ, ਮਿਲੇ ਆ ਸੰਤ ਮਸਤ ਕਰ ਰਹੀ ਹੈ। ਕਹਿੰਦੇ ਚੁੱਪ ਹੀ ਕਰ ਜਾਣਾ ਚਾਹੀਦਾ ਉੱਥੇ। ਕਿਉਂ ਚੁੱਪ ਕਰਨਾ ਚਾਹੀਦਾ ਜੀ? ਕਹਿੰਦੇ ਕਿਉਂਕਿ ਉੱਥੇ ਜਦੋਂ ਗੱਲਬਾਤ ਕੋਈ ਚੱਲੇਗੀ ਤੇ ਮਨ ਇੱਕ ਵਿਚਾਰਾਂ ਦਾ ਸੰਗ੍ਰਹਿ ਹੈ, ਇਹ ਪ੍ਰਭਾਵ ਨੂੰ ਕਬੂਲ ਲੈਂਦਾ ਹੈ ਬੜੀ ਛੇਤੀ। ਤੇ ਕਹਿਣ ਲੱਗੇ ਉੱਥੇ ਤੁਹਾਡੇ ਮਨ ਉੱਤੇ ਗਲਤ ਪ੍ਰਭਾਵ ਪੈ ਜਾਏਗਾ, ਗਲਤ ਅਸਰ ਹੋ ਜਾਏਗਾ। ਇਸ ਕਰਕੇ ਤੁਸੀਂ ਉਹਦੇ ਤੋਂ ਜਿੰਨਾ ਹੋ ਸਕੇ ਬਚਾਅ ਕਰਨਾ ਚਾਹੀਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਸਾਖਤ ਜੀਵ ਹੈ ਉਹਦੀ ਜ਼ਿੰਦਗੀ ਦੀ ਰਾਤ ਜਿਹੜੀ ਹੈ ਬੜੀ ਔਖੀ ਲੰਘਦੀ ਹੈ। ਉਹ ਦਿਨ ਰਾਤ ਹਾਏ ਹਾਏ ਕਰਕੇ ਆਪਣੀ ਜ਼ਿੰਦਗੀ ਸਾਰੀ ਲੰਘਾ ਜਾਂਦਾ ਹੈ ਰੱਬ ਤੋਂ ਟੁੱਟਿਆ ਹੋਇਆ। ਤੇ ਭਗਤ ਕਬੀਰ ਸਾਹਿਬ ਜੀ ਦਾ ਮੈਂ ਸ਼ਲੋਕ ਤੁਹਾਡੇ ਨਾਲ ਸਾਂਝੇ ਕਰ ਰਿਹਾ ਸੀ ਕਿ ਭਗਤ ਜੀ ਕਹਿੰਦੇ ਨੇ ਉਹਨਾਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ ਕਿ ਜਿਹੜੇ ਰੱਬ ਤੋਂ ਟੁੱਟੇ ਹੋਏ ਹੋਣ। ਇੱਕ ਸ਼ਬਦ ਹੋਰ ਹੈ ਭਗਤ ਜੀ ਦਾ, ਭਗਤ ਕਬੀਰ ਸਾਹਿਬ ਜੀ ਦਾ, ਜਿਹਦੇ ਵਿੱਚ ਉਹਨਾਂ ਨੇ ਸਾਖਤ ਮਨੁੱਖ ਦਾ ਜ਼ਿਕਰ ਕੀਤਾ ਹੈ। ਤੇ ਸਾਨੂੰ ਸੁਚੇਤ ਰਹਿਣ ਲਈ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਕੁਝ ਉਹਦੀਆਂ ਨਿਸ਼ਾਨੀਆਂ ਨੇ ਜਿਸ ਤੋਂ ਪਹਿਚਾਣ ਹੋ ਸਕੇ ਕਿ ਇਹ ਸਾਖਤ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ, ਭਗਤ ਜੀ ਕਹਿੰਦੇ ਹਰ ਜਸ ਸੁਣੈ ਨਾ ਹਰ ਗੁਣ ਗਾਵੈ। ਪਹਿਲੀ ਨਿਸ਼ਾਨੀ ਉਹਦੀ ਕੀ ਹੋਏਗੀ? ਹਰੀ ਪਰਮਾਤਮਾ ਦੇ ਜਸ ਨੂੰ ਉਹ ਨਾ ਗਾਵੇਗਾ ਤੇ ਨਾ ਸੁਣੇਗਾ।
ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਨਾ ਉਹ ਕਰੇਗਾ ਤੇ ਨਾ ਪ੍ਰਭੂ ਦੀ ਵਡਿਆਈ ਨੂੰ ਸੁਣੇਗਾ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤ ਨਹੀਂ ਅਸਮਾਨ ਗਰਾਵੈ। ਕਿਤੇ ਗੱਲਾਂ ਉਹਦੀਆਂ, ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸਮਾਨ ਦੇ ਤਾਰੇ ਤੋੜੇਗਾ, ਗੱਲਾਂ ਏਡੀਆਂ ਵੱਡੀਆਂ ਕਰੇਗਾ, ਏਡੀਆਂ ਉੱਚੀਆਂ ਕਰੇਗਾ, ਪਰ ਆਪ ਕਦੀ ਰੱਬ ਦਾ ਨਾਮ ਨਾ ਲਏਗਾ ਤੇ ਨਾ ਸੁਣੇਗਾ। ਸਾਖਤ ਦੀ ਕੀ ਨਿਸ਼ਾਨੀ ਹੈ? ਭਗਤ ਜੀ ਕਹਿ ਰਹੇ ਨੇ, ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤ ਨਹੀਂ ਅਸਮਾਨ ਗਰਾਵੈ। ਐਸੇ ਲੋਗਣ ਸਿਉ ਕਿਆ ਕਹੀਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੋ ਜਿਹੇ ਬੰਦੇ ਨੂੰ ਕੀ ਕਹਿਣਾ ਚਾਹੀਦਾ ਹੈ? ਜੋ ਪ੍ਰਭ ਕੀਏ ਭਗਤ ਤੇ ਬਾਝ, ਤਿਨ ਤੇ ਸਦਾ ਡਰਾਨੇ ਰਹੀਏ। ਕਹਿੰਦੇ ਭਈ ਉਹਦੇ ਤੋਂ ਤੇ ਡਰ ਹੀ ਚੰਗਾ ਹੈ। ਜੋ ਪ੍ਰਭ ਕੀਏ ਭਗਤ ਤੇ ਬਾਝ ਦਾ ਅਰਥ ਹੈ ਸਾਖਤ ਜਿਹੜਾ ਰੱਬ ਤੋਂ ਟੁੱਟ ਚੁੱਕਿਆ ਹੈ। ਤਿੰਨ ਤੇ ਸਦਾ ਡਰਾਨੇ ਰਹੀਏ। ਭਗਤ ਕਬੀਰ ਸਾਹਿਬ ਕਹਿੰਦੇ ਉਹਦੇ ਤੋਂ ਡਰਨਾ ਹੀ ਚੰਗਾ ਹੈ, ਪਾਸਾ ਵਟਣਾ ਹੀ ਚੰਗਾ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਆਪ ਨਾ ਦੇਹ ਚੁਰੂ ਭਰ ਪਾਣੀ। ਉਹਦੀ ਹੋਰ ਵੀ ਇੱਕ ਨਿਸ਼ਾਨੀ ਹੈ, ਆਪ ਨਾ ਦੇਹ ਚੁਰੂ ਭਰ ਪਾਣੀ। ਕਹਿੰਦੇ ਕਿਸੇ ਨੂੰ ਚੁਲੀ ਵੀ ਭਰ ਕੇ ਪਾਣੀ ਦੀ ਨਹੀਂ ਦਿੱਤੀ। ਤਹ ਨਿੰਦੇ ਜਹ ਗੰਗਾ ਆਨੀ। ਕਹਿੰਦੇ ਜਦੋਂ ਵਹੇਗਾ ਤੇ ਉਹਨਾਂ ਦੀ ਬੁਰਿਆਈ ਕਰੇਗਾ ਜਿਨ੍ਹਾਂ ਨੇ ਨਦੀਆਂ ਚਲਾਤੀਆਂ, ਜਿਨ੍ਹਾਂ ਨੇ ਦਰਿਆ ਚਲਾਤੇ। ਭਾਵ ਇਹਦਾ ਇਹ ਬਣਿਆ ਕਿ ਬੁਰਿਆਈ ਨਿੰਦਿਆ ਉਹਨਾਂ ਦੀ ਕਰੇਗਾ ਜਿਨ੍ਹਾਂ ਨੇ ਪਰਉਪਕਾਰ ਕੀਤਾ, ਚੰਗਾ ਸਮਾਜ ਲਈ ਕੀਤਾ, ਜਿਹੜੇ ਭਲੇ ਸਮਾਜ ਵਾਸਤੇ ਸੋਚਦੇ, ਜਿਨ੍ਹਾਂ ਨੇ ਸੇਵਾ ਕੀਤੀ, ਸਿਮਰਨ ਕੀਤਾ। ਕਹਿੰਦੇ ਉਹਨਾਂ ਦੀ ਬੁਰਿਆਈ ਕਰੇਗਾ, ਨਿੰਦਿਆ ਆਪ ਕੁਝ ਨਹੀਂ ਦੇਗਾ ਤੇ ਬੁਰਿਆਈ ਉਹਨਾਂ ਦੀ ਕਰੇਗਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਉਹਦੀਆਂ ਨਿਸ਼ਾਨੀਆਂ ਨੇ। ਆਪ ਨਾ ਦੇ ਚੁਰੂ ਪਰ ਪਾਣੀ, ਤਹ ਨਿੰਦੈ ਜੈ ਗੰਗਾ ਆਨੀ। ਇੱਕ ਹੋਰ ਉਹਦੀ ਨਿਸ਼ਾਨੀ ਹੈ, ਬੈਠਤ ਊਠਤ ਕੁਟਲਤਾ ਚਾਲੇ। ਕੁਟਲਤਾ ਚੱਲ ਦਾ ਮਤਲਬ ਕੋਝੀਆਂ ਚਾਲਾਂ, ਹਰ ਵੇਲੇ ਕੋਝੀਆਂ ਚਾਲਾਂ ਹੀ ਚੱਲੇਗਾ, ਕੋਝੀਆਂ ਚਾਲਾਂ ਹੀ ਸੋਚੇਗਾ, ਕੋਝਾ ਹੀ ਕਰੇਗਾ। ਸਮਾਜ ਦੇ ਭਲੇ ਲਈ ਨਹੀਂ, ਸਮਾਜ ਨੂੰ ਵਿਗਾੜਨ ਲਈ ਲੱਗੇਗਾ। ਤੇ ਮੈਂ ਜਦੋਂ ਇਸ ਚੀਜ਼ ਨੂੰ, ਇਹ ਭਗਤ ਕਬੀਰ ਸਾਹਿਬ ਦੇ ਸ਼ਬਦ ਨੂੰ ਤੱਕਦਾ ਹੈ, ਉਦੋਂ ਮੈਂ ਇਹ ਚੀਜ਼ ਜ਼ਰੂਰ ਦੇਖਦਾ ਕਿ ਸਮਾਜ ਵਿੱਚ ਵਾਕਿਆ ਹੀ ਇਹ ਜਿੰਨਾ ਸੱਭਿਆਚਾਰ ਦੇ ਨਾਂ ਦੇ ਉੱਤੇ ਗੰਦ ਪਰੋਸ ਕੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਤੇ ਕੀ ਹੈ ਇਹ? ਸਾਖਤ ਲੋਕ ਹੀ ਹੈ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ। ਇਹ ਸਾਖਤਾਂ ਦੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਹੀ ਹੈ ਨਾ, ਵੀ ਸਮਾਜ ਨੂੰ ਕੀ ਦੇ ਰਹੇ ਨੇ। ਉਹ ਬੈਠਤ ਉਠਤ ਕੁਟਲਤਾ ਚਾਲੇ, ਉੱਠਦਿਆਂ ਬਹਿੰਦਿਆਂ ਕੋਝੀਆਂ ਚਾਲਾਂ ਹੀ ਸਮਾਜ ਨੂੰ ਵਿਗਾੜਨ ਦੀਆਂ ਹੀ ਸੋਚਣਗੇ। ਪਰ ਖਿਮਾ ਕਰਿਓ, ਸਮਾਜ ਵੀ ਉਹਨਾਂ ਨੂੰ ਹੀ ਅਸਲ ਵਿੱਚ ਇਉਂ ਕਹਿ ਲਓ ਬਹੁ ਗਿਣਤੀ ਜੇ ਮੈਂ ਕਹਿ ਲਵਾਂ ਤੇ ਸਮਾਜ ਉਹਨਾਂ ਲੋਕਾਂ ਦੇ ਨਾਲ ਖੜਾ ਹੈ। ਕਿਉਂ ਖੜਾ ਹੈ? ਕਿਉਂਕਿ ਜੋ ਕੁਝ ਸਮਾਜ ਨੂੰ ਚਾਹੀਦਾ ਹੁੰਦਾ ਉਹ ਜਿਹਾ ਪਰੋਸ ਕੇ ਦੇਈ ਜਾਂਦੇ ਨੇ। ਬਹੁ ਗਿਣਤੀ ਦਾ ਮੇਰਾ ਮਤਲਬ ਇਹ ਹੈ ਕਿ ਜਦੋਂ ਕਿਤੇ ਇਹਨਾਂ ਸਾਖਤਾਂ ਦੇ ਖਾੜੇ ਲੱਗਦੇ ਨੇ, ਦੁਨੀਆ ਦਾ ਹੜ੍ਹ ਆ ਜਾਂਦਾ ਹੈ। ਜਦੋਂ ਕਿਤੇ ਪਿੰਡਾਂ ਥਾਵਾਂ ਸ਼ਹਿਰਾਂ ਦੇ ਵਿੱਚ ਕੋਈ ਧਾਰਮਿਕ ਸਮਾਗਮ ਹੁੰਦੇ ਨੇ ਤੇ ਉੱਥੇ ਤੁਸੀਂ ਦੇਖ ਲਓ ਗਿਣਤੀਆਂ ਦੇ ਚੰਦ ਲੋਕ ਹੀ ਜਾਂਦੇ ਨੇ। ਇਹਦਾ ਮਤਲਬ ਸਮਾਜ ਬਹੁ ਗਿਣਤੀ ਤੇ ਫਿਰ ਉਹਨਾਂ ਲੋਕਾਂ ਨੇ ਮਾਨਤਾ ਦੇ ਰਿਹਾ ਨਾ ਜਿਹੜੇ ਸਮਾਜ ਨੂੰ ਵਿਗਾੜਨ 'ਚ ਲੱਗੇ ਨੇ। ਫਿਰ ਦੋਸ਼ ਅਸੀਂ ਕਹਿੰਦੇ ਹਾਂ ਵੀ ਸਮਾਜ ਕਿਉਂ ਵਿਗੜ ਗਿਆ? ਕਿਉਂਕਿ ਅਸੀਂ ਪ੍ਰਫੁੱਲਤ ਉਹਨਾਂ ਨੂੰ ਹੀ ਲੋਕਾਂ ਨੂੰ ਕਰਦੇ ਹਾਂ। ਜਿੰਨਾ ਕੋਈ ਵੱਧ ਸਮਾਜ ਨੂੰ ਵਿਗਾੜਨ ਵਿੱਚ ਗਾਇਕ ਆਪਣਾ ਯੋਗਦਾਨ ਪਾਉਂਦਾ ਹੈ, ਉਹਨਾਂ ਤੁਸੀਂ ਦੇਖ ਲਓ ਬਹੁ ਗਿਣਤੀ ਲੋਕ ਉਹਨਾਂ ਦੇ ਨਾਂ ਲੈਣਗੇ, ਉਹਨਾਂ ਨੂੰ ਬਿਜ਼ਨਸ ਕਲਾਸ ਦੀਆਂ ਟਿਕਟਾਂ ਦੇ ਕੇ ਬਾਹਰਲੇ ਮੁਲਕਾਂ 'ਚ ਮੰਗਾਉਣਗੇ, ਪੈਸਾ ਉਹਨਾਂ ਨੂੰ ਬੇਹੱਦ ਜ਼ਿਆਦਾ ਦੇਣਗੇ। ਜਿਨ੍ਹਾਂ ਨੇ ਸਮਾਜ ਦਾ ਵਿਗਾੜਿਆ ਬਹੁਤ ਕੁਝ ਹੈ, ਉਹਨਾਂ ਨੂੰ, ਚੰਗਿਆਂ ਨੂੰ ਨਹੀਂ। ਸਮਾਜ ਨੂੰ ਵਿਗਾੜਨ ਵਿੱਚ ਐਸਾ ਹੀ ਕੁਝ ਪੰਜਾਬ ਦੀ ਧਰਤੀ 'ਤੇ ਇਹੋ ਕੁਝ ਹੀ ਹੋ ਰਿਹਾ ਹੁੰਦਾ ਪਿਆ ਹੈ ਨਾ, ਕਿ ਕੀ ਕੁਝ ਹੋ ਰਿਹਾ ਹੈ। ਖੈਰ, ਜੋ ਅੱਜ ਦਾ ਸ਼ਬਦ ਚੱਲਿਆ ਪ੍ਰਕਰਨ ਦੇ ਮੁਤਾਬਕ ਬੇਨਤੀ ਕਰ ਰਿਹਾ ਕਿ ਬੈਠਤ ਉਠਤ ਕੁਟਲਤਾ ਚਾਲੇ। ਉਹ ਬਹਿੰਦਿਆਂ ਉੱਠਦਿਆਂ ਸਮਾਜ ਨੂੰ ਵਿਗਾੜਨ ਦਾ ਹੀ ਸੋਚਣਗੇ ਕਿ ਨਸ਼ੇ ਕਿਵੇਂ ਲਾਏ ਜਾ ਸਕਦੇ ਆ, ਨੌਜਵਾਨਾਂ ਨੂੰ ਬਰਬਾਦ ਕਿਵੇਂ ਕੀਤਾ ਜਾ ਸਕਦਾ, ਹਰ ਪੱਖ ਤੋਂ ਇਹਨਾਂ ਨੂੰ ਕਿਸ ਤਰ੍ਹਾਂ ਗਿਰਾਇਆ ਜਾ ਸਕਦਾ ਹੈ। ਉਹ ਇਹੀ ਚਾਲਾਂ ਚੱਲਦੇ ਰਹਿੰਦੇ। ਤੁਸੀਂ ਇਹਨੂੰ ਇਉਂ ਵੀ ਕਹਿ ਸਕਦੇ ਹੋ ਸ਼ਬਦ ਨੂੰ ਕਿ ਸਾਨੂੰ ਧਾਰਮਿਕ ਤੌਰ 'ਤੇ ਵੀ ਉਹ ਲੋਕ ਜਿਹੜੇ ਨੇ ਕਿਸ ਤਰ੍ਹਾਂ ਸਿੱਖੀ ਤੋਂ ਦੂਰ ਲਿਜਾਣ ਲਈ, ਸਿਧਾਂਤ ਤੋਂ ਦੂਰ ਲਿਜਾਣ ਲਈ, ਇਹ ਵੀ ਤਾਂ ਸਾਖਤਾਂ ਦੀਆਂ ਹੀ ਨਿਸ਼ਾਨੀਆਂ ਨੇ ਨਾ। ਬੈਠਤ ਉਠਤ ਕੁਟਲਤਾ ਚਾਲੇ, ਕੋਝੀਆਂ ਚਾਲਾਂ ਚਲਾਉਂਦੇ ਰਹਿੰਦੇ ਨੇ ਉਹ ਬਹਿੰਦੇ ਵੀ ਕਿਸ ਤਰ੍ਹਾਂ ਸਿੱਖ ਧਰਮ ਦੇ ਅੰਦਰ ਦਫਾੜ ਕਿਵੇਂ ਕੀਤਾ ਜਾ ਸਕਦਾ, ਇਹਦੇ ਵਿੱਚ ਹੋਰ ਕਿਸ ਤਰ੍ਹਾਂ ਆਪਸ ਵਿੱਚ ਭਰਾ ਮਾਰੂ ਜੰਗ ਕਿਵੇਂ ਕਰਾਈ ਜਾ ਸਕਦੀ ਹੈ। ਫਿਰ ਹਰ ਦਿਨ ਪ੍ਰਤ ਦਿਨ ਉਹ ਸਿੱਖ ਧਰਮ ਦੇ ਉੱਤੇ ਹਮਲੇ ਕਰਦੇ ਨੇ। ਤਰ੍ਹਾਂ ਦੇ ਹਮਲੇ ਹੋ ਰਹੇ ਨੇ। ਇੱਕ ਤਰ੍ਹਾਂ ਦਾ ਹਮਲਾ ਨਹੀਂ ਹੈ, ਹਮਲੇ ਪਤਾ ਨਹੀਂ ਕਿੰਨੀਆਂ ਤਰ੍ਹਾਂ ਦੇ ਹੁੰਦੇ ਪਏ ਨੇ। ਇੱਥੇ ਜੇ ਆਪਾਂ ਉਹਨਾਂ ਹਮਲਿਆਂ ਦਾ ਜ਼ਿਕਰ ਕਰਨ ਲੱਗ ਪਏ ਬਹੁਤ ਲਿਸਟ ਲੰਮੀ ਬਣ ਜਾਏਗੀ, ਪਰ ਆਪ ਹੀ ਸਮਝ ਲੈਣਾ ਕਿ ਸਿੱਖ ਧਰਮ ਦੇ ਉੱਤੇ ਕਿਸ ਤਰ੍ਹਾਂ ਦੇ ਹਮਲੇ, ਕੋਈ RSS ਦਾ
ਏਜੰਟ बन के करी जाता है, कोई किसी तरीके नाल करी जाता है, वो बैठत उठत कुटलता ही चलते हैं, ओझियां ही चालां हर वेले चलते रहंदे ने, समाज नूं विगाड़न दा ही सोचते रहंदे ने। भगत कबीर साहब जी कहंदे ने ये उन्हां दियां निशानियां ने। आप गए और नूं घाले, आप तो अपना आप बर्बाद कर ही लिया है, कह लगे दूजियां दा बर्बाद करन वास्ते भी इहो जी घालना घालते रहंदे ने, इहो कुछ ही सोचते रहंदे ने। ते भगत कबीर साहब जी कहंदे ने आप गए और नूं घाले, कह लगे आप अपना आप तो बर्बाद किया ही किया अपना जिंदगी, तो दूजियां दी भी करते हैं। भगत जी कहते छाड़ कुचरचा आन न जाने, कह लगे जिहड़ी कुचरचा है ना, भाव के माड़ियां गल्लां भैड़ियां चर्चा जिहड़ियां करनियां ने, भगत कबीर साहब जी कहते हैं उन्हां दे विच तां दिन रात लगे ने। ब्रह्मा हूँ को कहो ना माने, ब्रह्मा हूँ का मतलब इत्थे बनिया ब्रह्म दी विचार, सच दी विचार, उस गल नूं ते कदी मनण वास्ते भी तैयार नहीं है। तो भगत कबीर साहब जी कहते आप गए और नूं खोवे, आग लगाए मंदिर में सोवे। इस बंदे की तो हालत यह है जिवें कोई अपने घर के अंदर बैठ के ते अंदरों दरवाज़ा कर लवे बंद, ते अंदर बैठा होया अग ला लवे अपने आप नूं, आप भी सड़ जाएगा, घर भी सड़ जाएगा। भगत कबीर साहब कहते उसकी जिंदगी इदां दी है। आप गए और नूं खोवै, आग लगाए मंदिर में सोवै। ते भगत कबीर साहब जी अखीरली पंक्ति विच कहंदे ने आवरण हस्त आप है काने, कहते दूजियां ते हासी करते हैं, दूजियां दे मखौल उड़ाउंदे ने, दूजियां उत्ते हसदे ने, आप काने हुंदे ने। कहते आप काने है, दूजियां दी हासी उड़ाउंदे है। इहो जिहा बंदियां दे बारे भगत कबीर साहब जी कहंदे ने तिन को देख कबीर लजाने, लजाने का मतलब लज्जा, कहते इहो जिहा बंदियां नूं वेख के कबीर साहब कहंदे मैनूं तां शर्म आउंदी है भी मैं की कहां उन्हां लोकां नूं जिहड़े इस तरह समाज दे विच अपना आप तो बर्बाद किया ही है, दूजियां दा भी करते हैं। कि पंजाब की धरती ते ये कुछ हो नहीं रहा, समैक घर घर पहुँचा दी, नौजवानों नूं बर्बाद करता, अपने घर का बर्बाद उन्हां लोकां दे होए दूजियां दे भी कर दिते उन्होंने। ये एक गल उत्ते ही एक दे उत्ते नहीं गल ढुकदी भी कोई आपां एक नूं टारगेट बना के गल करिए। समाज नूं तुसीं देखो तो किन्नियां बन्नियां तो समाज विगाड़न वास्ते ये साकत लोग लगे हुए हैं, ये कई तरह के रूप दे विच लगे हुए ने। भगत कबीर साहब कहते इन्हां नूं वेख वेख के शर्म आउंदी है भी तुसीं अपनी जिंदगी बर्बाद तां कीती है, समाज के भले वास्ते तुसीं कुछ नहीं करते, समाज नूं भी बर्बाद करन च तुसीं दिन रात चालां चलाउंदे रहिंदे हो। ते तां करके कबीर साहब कहते ने इन्हां लोकां तो बचा जिन्ना हो सके करना चाहिए, बच के रहना चाहिए। गुरु अर्जन देव महाराज जी सानू सुखमनी साहब की बाणी विच भी सुचेत करते हैं ते साहब जी निशानियां दसदे ने साकत दियां। साहब कहते बिरथी साकत की आरजा, साच बिना कै होवत सूचा, बिरथा नाम बिना तन अंध, मुख आवत ताकै दुर्गंध, बिन सिमरन दिन रैन बिरथा बिहाए, मेघ बिना ज्यों खेती जाए। सतगुरु महाराज कहते ये उहदियां निशानियां ने कि जिस तरह बदलों तो बिना मीह तो बिना खेती चली गई, इस तरह वह भी जीवन बर्बाद हो गया। तो गुरु अर्जन देव सच्चे पातशाह महाराज जी अज दे पावन पवित्र शब्द विच कह रहे हैं कि साकत मनुख का जिक्र करदियां होइयां धन श्री गुरु अर्जन देव महाराज का अज का श्लोक है। साहब कहते रात ना बिहावी साकतां, बहु गिनती इत्थे बहु वचन है, साकतां बिंदी सतगुरां ने आप ही इस पावन पवित्र शब्द दे जिहड़ा है उहदे ते लाई है। साहब कहते ने बहु गिनती की है क्योंकि साकत एक नहीं है, बहु वचन है। साहब कहते ने उन्हां जीवां दी जिंदगी रूपी रात जिहड़ी है कदी लंघदी नहीं है, जिन्ना विसरै नाओ, भाई जिन्हां नूं प्रभु परमात्मा का नाम भुल गया, जिन्हां ने प्रभु परमात्मा का नाम विसार दिता है। तो साहब कहते ने राती दिन सुहेलियां, नानक हर गुण गाओ। अगली एक पंक्ति विच साहब कहते ने रात दिन उन्हां दा भाई सुखी है, रात दिन उन्हां दा जिंदगी रूपी रात उन्हां दी बहुत सुखाली है। किन्ना दी? साहब जी कहते ने नानक हर गुण गाओ, जिन्हां ने हरि परमात्मा दे गुण गाए ने, परमेश्वर दे गुण गाए ने, उन्हां दा जिक्र सतगुरु गुरु ग्रंथ साहब महाराज जी की बाणी विच आया। साहब जी कहते ने कि प्रभु परमात्मा वाहिगुरु परमेश्वर की वडियाई करने वाले, उन्हां दा जस करने वाले, उन्हां दा गुण गाउण वालियां दी
ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋ ਤੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਜਸ ਕੀਤਾ, ਉਹਦੀ ਵਡਿਆਈ ਕੀਤੀ ਹੈ, ਉਹਨਾਂ ਦੀਆਂ ਤੇ ਉਦਾਹਰਨਾਂ ਪ੍ਰਮਾਣ ਦੇ ਦੇ ਕੇ ਸਾਨੂੰ ਕਿਹਾ ਗਿਆ, ਭਾਈ ਉਹਨਾਂ ਵੱਲੇ ਵੇਖੋ, ਜੇ ਇੰਨੀਆਂ ਛੋਟੀਆਂ ਉਮਰਾਂ ਵਿੱਚ ਪ੍ਰਭੂ ਪਰਮਾਤਮਾ ਨਾਲ ਜੁੜ ਗਏ ਤੇ ਤੁਸੀਂ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਪਰਮਾਤਮਾ ਵਾਲੇ ਪਾਸੇ ਜੁੜੋ। ਇੱਕ ਤੋਂ ਕਹਿੰਦੇ ਨੇ ਬਚ ਕੇ ਰਹੋ, ਦੂਜਿਆਂ ਤੋਂ ਕਹਿੰਦੇ ਸੇਧ ਲਓ ਜ਼ਿੰਦਗੀ ਦੀ। ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ ਜਿਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ, ਰਾਮ ਜਪੋ ਜੀ ਐਸੇ ਐਸੇ, ਕਹਿੰਦੇ ਇੱਦਾਂ ਭਈ ਸਾਰੇ ਪ੍ਰਭੂ ਪਰਮਾਤਮਾ ਦੀ ਵਡਿਆਈ ਕਰੋ ਮਿਲ ਕੇ। ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਵੇਖੋ ਧਰੂ ਤੇ ਪ੍ਰਹਿਲਾਦ ਦਾ ਚੰਗਿਆਂ ਵਿੱਚ ਜ਼ਿਕਰ ਕੀਤਾ ਨਾ। ਇੱਕ ਬੰਨੇ ਭਗਤ ਕਬੀਰ ਸਾਹਿਬ ਕਹਿੰਦੇ ਉਹਨਾਂ ਤੋਂ ਬਚੋ ਜਿਹੜੇ ਰੱਬ ਤੋਂ ਟੁੱਟੇ, ਦੂਜੇ ਬੰਨੇ ਕਹਿੰਦੇ ਨੇ ਭਈ ਉਹਨਾਂ ਦੀ ਜ਼ਿੰਦਗੀ ਤੋਂ ਸੇਧ ਲੈ ਲਓ, ਭਾਵੇਂ ਉਮਰ ਤਾਂ 5-5 ਸਾਲ ਦੀ ਹੈ ਧਰੂ ਦੀ ਤੇ ਪ੍ਰਹਿਲਾਦ ਦੀ। ਕਹਿੰਦੇ 5 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੂੰ ਜੋ ਰਹਿਮਤਾਂ ਬਖਸ਼ਿਸ਼ਾਂ ਪ੍ਰਭੂ ਦੀ ਵਡਿਆਈ ਕਰਕੇ ਮਿਲ ਗਈਆਂ, ਵੀ ਉਹਨਾਂ ਦੇ ਜ਼ਿੰਦਗੀ ਤੋਂ ਤੁਸੀਂ ਵੀ ਸੇਧ ਲੈ ਲਓ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਭਈ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਆਪਣਾ ਜਿਹੜਾ ਪਰਿਵਾਰ ਵੀ ਇਸ ਬੰਨੇ ਲਾ ਲਓ, ਭਾਵ ਕਿ ਜ਼ਿੰਦਗੀ ਆਪਣਾ ਸਰੀਰ ਪਰਿਵਾਰ ਦਾ ਹੋਰ ਸੰਗੀਆਂ ਸਾਥੀਆਂ ਨੂੰ ਇਸ ਬੰਨੇ ਲਾਵੋ। ਤੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੀ ਵਡਿਆਈ ਕੀਤੀ ਹੈ ਉਹਨਾਂ ਦਾ ਦਿਨ ਰਾਤ ਜਿਹੜਾ ਹੈ ਉਹ ਸੁਹਾਵਣਾ ਬਣ ਜਾਂਦਾ ਹੈ। ਜਿਹੜੇ ਟੁੱਟ ਜਾਂਦੇ ਨੇ ਉਹ ਸਾਰੀ ਜ਼ਿੰਦਗੀ ਰੋਹ ਕਰ ਲਾ ਕੇ ਹੀ ਆਪਣੀ ਨਗਾਹ ਜਾਂਦੇ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਗਲਾ 2 ਪੰਕਤੀਆਂ ਦਾ ਇੱਕ ਹੋਰ ਸ਼ਲੋਕ ਹੈ। ਸਾਹਿਬ ਕਹਿੰਦੇ ਨੇ, ਮਹੱਲਾ ਪੰਜਵਾਂ, ਰਤਨ ਜਵੇ ਹਰ ਮਾਨਕਾ ਹੱਬੇ ਮਣੀ ਮਥਨ। ਭਈ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਕੀਤੀ, ਉਹਨਾਂ ਨੂੰ ਪਰਮਾਤਮਾ ਨੇ ਰਤਨ ਜਵੇ ਹਰ ਮਾਨਕਾ ਦਾ ਮਤਲਬ ਹੈ ਕੀਮਤੀ ਸ਼ੁਭ ਗੁਣ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਪ੍ਰਗਟ ਕਰ ਲਏ। ਉਹਨਾਂ ਨੂੰ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਚੰਗੇ ਗੁਣ ਦੇ ਦਿੱਤੇ, ਚੰਗੇ ਗੁਣ ਪ੍ਰਗਟ ਹੋ ਗਏ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਸਿੱਖਿਆ ਨੂੰ ਸੁਣੀਏ ਤੇ ਮਨੁੱਖ ਦੀ ਜ਼ਿੰਦਗੀ ਵਿੱਚੋਂ ਇੱਕ ਕੀਮਤੀ ਰਤਨ, ਇੱਥੇ ਰਤਨ ਜਵੇਰ ਦਾ ਮਤਲਬ ਹੈ ਕੀਮਤੀ ਗੁਣ ਪ੍ਰਗਟ ਕਰਨ ਦਾ। ਪ੍ਰਭੂ ਪਰਮਾਤਮਾ ਉਹਨਾਂ ਦੇ ਮੱਥੇ ਦੀ ਮਣੀ ਚਮਕ ਪੈਂਦੀ ਹੈ, ਭਾਵ ਕਿ ਉਹਨਾਂ ਦੇ ਮੱਥੇ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਨੇ ਜਿਹੜੇ ਭਗਤੀ ਦੇ ਲੇਖ ਲਿਖੇ ਹੁੰਦੇ ਨੇ ਉਹ ਪ੍ਰਗਟ ਹੋ ਜਾਂਦੇ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਨਾਨਕ ਜੋ ਪ੍ਰਭ ਭਾਣਿਆ ਸੱਚੇ ਦਰ ਸੁਹਨ। ਸਾਹਿਬ ਜੀ ਕਹਿੰਦੇ ਨੇ ਪ੍ਰਭੂ ਦੇ ਦਰ ਦੇ ਉੱਤੇ ਬੜੇ ਸੋਹਣੇ ਲੱਗਦੇ ਨੇ। ਇੱਕ ਉਹ ਨੇ ਜਿਹੜੇ ਕਰੂਪ ਲੱਗਦੇ ਨੇ ਟੁੱਟਣ ਕਰਕੇ, ਜਿਹੜੇ ਰੱਬ ਦੀ ਬੰਦਗੀ ਕਰਦੇ ਹੋ ਪ੍ਰਭੂ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹੈ, ਇੱਜ਼ਤ ਪਾਉਂਦੇ ਹੈ, ਮਾਣ ਪਾਉਂਦੇ। ਜੋ ਪ੍ਰਭ ਭਾਣਿਆ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਪਰਮਾਤਮਾ ਨੂੰ ਭਾ ਗਏ, ਜਿਹੜੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਰਹੇ ਦਿਨ ਰਾਤ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਪ੍ਰਭੂ ਪਰਮਾਤਮਾ ਨੇ ਆਪਣੇ ਦਰ ਘਰ ਵਿੱਚ ਮਾਣ ਇੱਜ਼ਤ ਵਡਿਆਈ ਬਖਸ਼ੀ। ਇੱਥੇ ਹੀ ਨਹੀਂ, ਉਹਨਾਂ ਦਾ ਜ਼ਿਕਰ ਕਰਦੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਰੇ ਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦਿਓ। ਭਈ ਉਹਨਾਂ ਨੂੰ ਕੋਈ ਓਏ ਕਰਕੇ ਨਹੀਂ ਬੁਲਾਉਂਦਾ, ਉਹਨਾਂ ਦੀ ਇੱਜ਼ਤ, ਉਹਨਾਂ ਦਾ ਮਾਣ, ਉਹਨਾਂ ਦੀ ਵਡਿਆਈ ਪ੍ਰਭੂ ਪਰਮਾਤਮਾ ਇਸ ਲੋਕ ਵਿੱਚ ਵੀ ਉਹ ਆਪਣਾ ਮੁਖ ਪਵਿੱਤਰ ਕਰ ਜਾਂਦੇ ਨੇ। ਜਿਨ੍ਹਾਂ ਬਾਰੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਵੀ ਭਈ ਪ੍ਰਭੂ ਪਰਮਾਤਮਾ ਪਰਮੇਸ਼ਰ ਦੀ ਵਡਿਆਈ ਕੀਤੀ ਹੈ, ਗਏ ਮਸ਼ੱਕਤ ਘਾਲ, ਬੜੀ ਸਖਤ ਮਿਹਨਤ ਘਾਲਣਾ ਘਾਲ ਕੇ ਜਿਹੜੇ ਗਏ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਦੇ ਆ, ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਉਜਲੇ ਹੋ ਗਏ। ਕੀਤੀ ਛੁੱਟੀ ਨਾਲ ਉਹਨਾਂ ਦਾ ਸੰਗ ਕਰਨ ਵਾਲੇ, ਉਹਨਾਂ ਦਾ ਸਾਥ ਮੰਨਣ ਵਾਲੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਵੀ ਛੁੱਟ ਗਏ। ਇੱਕ ਉਹ ਜਿਨ੍ਹਾਂ ਦਾ ਸੰਗ ਕਰਨ ਨਾਲ ਉਹਨਾਂ ਦੀ ਆਪਣੀ ਜ਼ਿੰਦਗੀ ਬਰਬਾਦ ਤੇ ਕਰਨ ਵਾਲਿਆਂ ਦੀ ਵੀ ਬਰਬਾਦ। ਦੂਜਿਆਂ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਈ ਜਿਹੜੇ ਆਪ ਜਪਦੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿਧਾਂਤਾਂ ਮੁਤਾਬਕ ਚੱਲਦੇ ਨੇ, ਹੋਰਨਾਂ ਨੂੰ ਚੱਲਣ ਦੀ ਪ੍ਰੇਰਨਾ ਦਿੰਦੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਆਪਣਾ ਵੀ ਭਲਾ ਕਰ ਜਾਂਦੇ ਨੇ ਤੇ ਉਹਨਾਂ ਦੇ ਜਿਹੜਾ ਕਹਿਣ ਤੇ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਕਰ ਜਾਂਦਾ, ਵੀ ਉਹਦਾ ਵੀ ਭਲਾ ਹੋ ਜਾਂਦਾ ਹੈ, ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅੱਜ ਦੇ 2 ਸ਼ਲੋਕਾਂ ਦੀ ਆਪਾਂ ਵਿਚਾਰ ਕੀਤੀ ਹੈ, ਜਿਨ੍ਹਾਂ ਵਿੱਚ ਮੇਰੇ ਸਾਹਿਬ ਨੇ ਕਿਹਾ ਕਿ ਭਾਈ ਜੇ ਰੱਬ ਨਾਲ ਟੁੱਟੇ ਹੋਏ ਦੀ ਸੰਗਤ ਕਰੋਗੇ ਜ਼ਿੰਦਗੀ ਬਰਬਾਦ ਹੈ, ਜੇ ਸਤ ਸੰਗਤ ਰੱਬ ਨਾਲ ਜੁੜਿਆ ਹੋਇਆਂ ਦੀ ਕਰੋਗੇ
ਉਹਦੇ ਨਾਲ ਜ਼ਿੰਦਗੀ ਸਫਲ ਹੋ ਜਾਂਦੀ ਹੈ, ਸੁਖਾਲੀ ਹੋ ਜਾਂਦੀ ਹੈ, ਜੀਵਨ ਸੌਖਾ ਬਤੀਤ ਹੁੰਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ ਕਿ ਅਸੀਂ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਿੱਥੇ ਵੀ ਬੈਠੀਏ ਉੱਥੇ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਜੇ ਕੋਈ ਸਾਡੇ ਕੰਨਾਂ ਵਿੱਚ ਚੰਗੀ ਗੱਲ ਪਵੇ, ਫਿਰ ਭਾਵੇਂ ਤੁਸੀਂ ਉੱਥੇ 2 ਘੰਟੇ ਬੈਠੋ, 4 ਘੰਟੇ ਬੈਠੋ, 8 ਘੰਟੇ ਬੈਠੋ, ਕੋਈ ਗੁਨਾਹ ਨਹੀਂ ਹੈ। ਪਰ ਜਿੱਥੇ ਤੁਹਾਨੂੰ ਇਹ ਲੱਗੇ ਕਿ ਬਹਿੰਦਿਆਂ ਸਾਰ ਇੱਥੇ ਕੋਈ ਚੰਗੀ ਗੱਲ ਕੰਨਾਂ ਵਿੱਚ ਨਹੀਂ ਪੈ ਰਹੀ, ਉੱਥੇ ਕੋਈ ਵੀ ਬਹਾਨਾ ਬਣਾ ਕੇ ਤੁਹਾਨੂੰ ਪਾਸਾ ਵੱਟ ਜਾਣਾ ਚਾਹੀਦਾ ਹੈ। ਕੋਈ ਵੀ ਬਹਾਨਾ ਬਣਾ ਕੇ ਤੁਹਾਨੂੰ ਉੱਥੋਂ ਆਪਣਾ ਜਿਹੜਾ ਕਿਨਾਰਾ ਕਰ ਲੈਣਾ ਚਾਹੀਦਾ ਹੈ। ਅਤੇ ਆਮ ਤੌਰ 'ਤੇ ਪਰ ਇਹ ਹੁੰਦਾ ਹੈ ਕਿ ਚੰਗੇ ਕੰਮ ਗੱਲਾਂ ਵਾਸਤੇ ਬੰਦਾ ਬਹੁਤ ਘੱਟ ਸਮਾਂ ਦਿੰਦਾ ਹੈ ਅਤੇ ਦੂਜਿਆਂ ਵਾਸਤੇ ਸਮਾਂ ਬਹੁਤ ਜ਼ਿਆਦਾ ਜਿਹੜਾ ਲੱਗ ਜਾਂਦਾ ਉਧਰ ਨੂੰ ਲਾ ਦਿੰਦੇ ਹਾਂ। ਪਰ ਸਤਿਗੁਰੂ ਗ੍ਰੰਥ ਸਾਹਿਬ ਦੇ ਅੱਜ ਦੇ ਜਿਹੜੇ ਸ਼ਬਦ ਨੇ ਉਹਨਾਂ ਵਿੱਚ ਤਾਂ ਸਾਨੂੰ ਇਹੀ ਕਿਹਾ ਗਿਆ ਹੈ ਕਿ ਭਾਈ ਜਿੰਨਾ ਹੋ ਸਕੇ, ਕਿਉਂਕਿ ਜ਼ਿੰਦਗੀ ਬੜੀ ਕੀਮਤੀ ਹੈ ਅਤੇ ਕੀਮਤੀ ਵੀ ਹੈ ਅਤੇ ਥੋੜ੍ਹੀ ਵੀ ਹੈ। ਬਹੁਤ ਲੰਮਾ ਸਮਾਂ ਕਿਸੇ ਨੂੰ ਨਹੀਂ ਮਿਲਦਾ, ਥੋੜ੍ਹੇ ਥੋੜ੍ਹੇ ਸਮੇਂ ਵਾਸਤੇ ਹੀ ਆਪਾਂ ਆਏ ਹਾਂ ਅਤੇ ਇਹ ਕੀਮਤੀ ਸਵਾਸਾਂ ਨੂੰ ਐਵੇਂ ਅਜਾਈ ਨਾ ਗਵਾ ਕੇ ਤੁਰ ਜਾਈਏ। ਪ੍ਰਭੂ ਪਰਮਾਤਮਾ ਨੇ ਜੇ ਸਾਨੂੰ ਇਹ ਕੀਮਤੀ ਸਵਾਸ ਬਿਨਾਂ ਕਿਸੇ ਭੇਟਾ ਦੇ ਜਾਂ ਬਿਨਾਂ ਕਿਸੇ ਕਹਿ ਲਓ ਕਿ ਮਾਇਆ ਦੇ ਅਸੀਂ ਕੁਝ ਵੀ ਰੱਬ ਨੂੰ ਨਹੀਂ ਦੇ ਕੇ ਆਏ, ਅਤੇ ਇੰਨੀ ਕੀਮਤੀ ਚੀਜ਼ ਸਾਨੂੰ ਗਿਫਟ ਦੇ ਵਿੱਚ ਰੱਬ ਨੇ ਦਿੱਤੀ ਹੈ। ਅਤੇ ਆਮ ਦੁਨੀਆ ਦੇ ਵਿੱਚ ਬੰਦਾ ਕਿਸੇ ਨੂੰ ਕੋਈ ਗਿਫਟ ਦਿੰਦਾ ਹੈ ਅਤੇ ਲੋਕ ਸਾਂਭ ਕੇ ਰੱਖਦੇ ਨੇ, ਪਰਿਵਾਰਾਂ ਨੂੰ ਵਿਖਾਉਂਦੇ ਆ, ਰਿਸ਼ਤੇਦਾਰਾਂ ਨੂੰ ਵਿਖਾਉਂਦੇ ਆ, ਸੱਜਣਾ ਮਿੱਤਰਾਂ ਦੋਸਤਾਂ ਨੂੰ ਵਿਖਾਉਂਦੇ ਆ ਕਿ ਆਹ ਦੇਖੋ ਜੀ ਫਲਾਣੇ ਨੇ ਸਾਨੂੰ ਗਿਫਟ ਦਿੱਤਾ ਹੈ। ਬੰਦਾ ਸੰਭਾਲ ਕੇ ਰੱਖਦਾ ਹੈ, ਪਰ ਪ੍ਰਭੂ ਪਰਮਾਤਮਾ ਦਾ ਮਿਲਿਆ ਸਰੀਰ ਰੂਪੀ ਗਿਫਟ ਜਿਹੜਾ ਹੈ ਇਹਨੂੰ ਕਦੀ ਸੰਭਾਲਣ ਵਾਲੇ ਬੰਨੇ ਬੰਦਾ ਧਿਆਨ ਨਹੀਂ ਦਿੰਦਾ। ਸਤਿਗੁਰੂ ਕਿਰਪਾ ਕਰੇ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ। ਦਾਤਾ ਅਸੀਂ ਜਿਹੜੀ ਅਰਦਾਸ ਵਿੱਚ ਮੰਗਦੇ ਹਾਂ ਤੇਰੇ ਕੋਲੋਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਵਾਹਿਗੁਰੂ ਸਾਡਾ ਜਦੋਂ ਵੀ ਮੇਲ ਮਿਲਾਪ ਹੋਵੇ ਉਹਨਾਂ ਨਾਲ ਹੀ ਕਰਵਾਵੀਂ, ਜਿਨ੍ਹਾਂ ਨੂੰ ਮਿਲਦਿਆਂ ਸਾਰ ਤੇਰੀ ਯਾਦ ਆ ਜਾਵੇ, ਜਿਨ੍ਹਾਂ ਨੂੰ ਮਿਲਦਿਆਂ ਸਾਰ ਇਹ ਵਾਹਿਗੁਰੂ ਸਾਡੇ ਅੰਦਰ ਗੁਰਬਾਣੀ ਪੜ੍ਹਨ ਦਾ, ਸੰਗਤ ਕਰਨ ਦਾ, ਨਾਮ ਜਪਣ ਦਾ ਇਹ ਸਾਡੇ ਅੰਦਰ ਮਨ ਉਛਾਲੇ ਮਾਰੇ। ਜਿਨ੍ਹਾਂ ਨੂੰ ਮਿਲਿਆ ਇਹ ਵਾਹਿਗੁਰੂ ਉਹਨਾਂ ਦੀ ਸਾਨੂੰ ਸੰਗਤ ਦਿੰਦਾ ਰਵੀਂ, ਮਿਲਦੀ ਰਹੇ। ਐਸੀ ਗੁਰੂ ਚਰਨਾਂ 'ਚ ਅਸੀਂ ਅਰਦਾਸ ਨਿੱਤ ਵੀ ਕਰਦੇ ਹਾਂ। ਨਿੱਜੀ ਤੌਰ 'ਤੇ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਹਰੇਕ ਸਿੱਖ ਨੂੰ ਇਹ ਦਾਤ ਜ਼ਰੂਰ ਮੰਗਣੀ ਚਾਹੀਦੀ ਹੈ।